ਸਤੀ ਨਹੀਂ ਪੜਿਆ, ਮੂਰਖ ਮੁਕਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂ ਨਾਹੀ ਵਿਸਰਿਆ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨਿਕੋ ਠਾਕੁਰ ਦੇਸਾ। ਹਮ ਪਾਪੀ ਤੁਮ ਪਾਪ ਖੰਡਨ, ਨਿਕੋ ਠਾਕੁਰ ਦੇਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਇਹ ਪਾਵਨ ਸਮਾਂ ਸਾਨੂੰ ਸਭ ਨੂੰ ਬਖਸ਼ਿਸ਼ ਹੋਇਆ ਹੈ। ਜੋ ਲੜੀ ਆਪਾਂ ਗੁਰਬਾਣੀ ਦੀ ਸ਼ਬਦ ਵਿਚਾਰ ਆਰੰਭ ਕੀਤੀ ਹੈ, ਕੱਲ ਆਪਾਂ ਸ਼ਬਦ ਥੋੜਾ ਜਿਹਾ ਵਿਚਾਰਿਆ ਸੀ। ਕੱਲ ਵਾਲਾ ਸ਼ਬਦ ਦੀ ਅੱਜ ਆਪਾਂ ਅੱਗੇ ਵਿਚਾਰਨਾ ਹੈ। ਇਸ ਸ਼ਬਦ ਵਿੱਚ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੱਲ ਰੱਖੀ ਆ ਕਿ ਪ੍ਰਮਾਤਮਾ ਇਸ ਸਾਰੇ ਬ੍ਰਹਿਮੰਡ ਦਾ ਦਾਤਾ ਹੈ। ਅੱਜ ਜੋ ਕੁਝ ਵੀ ਸਾਡੇ ਕੋਲ ਹੈ, ਉਹ ਤਾਨਿਆਂ ਜਾਂ ਮਾਨਿਆਂ ਜਾਂ ਦੁਨੀਆ ਦੇ ਪਦਾਰਥ ਨੇ, ਇਹ ਉਹਦੇ ਨੇ, ਉਹਦੇ ਕਰਕੇ ਆ। ਜੇ ਉਹਨੇ ਚਾਹਿਆ ਤੇ ਸਾਡਾ ਜਨਮ ਹੋਇਆ ਹੈ। ਜੇ ਜਨਮ ਹੋਇਆ ਤੇ ਇਹਦਾ ਮਤਲਬ ਹੈ ਕਿ ਰੱਬ ਅਜੇ ਸਹਿਮਤ ਆ ਸਾਡੇ ਨਾਲ। ਉਹ ਸਹਿਮਤ ਆ ਤੇ ਸਾਡਾ ਜੀਵਾਂ ਦਾ ਜਨਮ ਹੋਇਆ। ਸਾਧ ਸੰਗਤ, ਜੇ ਉਹ ਸਹਿਮਤ ਆ ਸਾਡੇ ਨਾਲ, ਫਿਰ ਆਪਾਂ ਸਹਿਮਤ ਕਿਉਂ ਨਹੀਂ ਹੁੰਦੇ? ਰੱਬ ਤਾਂ ਸਹਿਮਤ ਆ, ਪਰ ਜੇ ਸਹਿਮਤ ਨਹੀਂ ਆ, ਇਹ ਬੰਦਾ ਸਹਿਮਤ ਨਹੀਂ ਆ ਉਹਦੇ ਨਾਲ। ਰੱਬ ਸਾਡੇ ਨਾਲ ਆ, ਪਰ ਜੇ ਨਾਲ ਨਹੀਂ ਆ ਤੇ ਇਹ ਬੰਦਾ ਰੱਬ ਦੇ ਨਾਲ ਨਹੀਂ। ਹਾਂ, ਇਹ ਗੱਲ ਅਸੀਂ ਵੀ ਪੜ੍ਹ ਲੈਂਦੇ ਹਾਂ। ਅਸੀਂ ਭਾਈ ਗੁਰਦੁਆਰੇ ਦੇ ਭਾਈ ਪੜ੍ਹਦੇ ਹਾਂ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਘਟ ਘਟ ਮੇ ਹਰ ਜੂ ਬਸੈ। ਉਹ ਪ੍ਰਮਾਤਮਾ ਜਲ ਥਲ ਮਹੀਲ ਭਰਪੂਰ ਹੈ, ਪਿਓ ਰੱਬ ਸਭ ਥਾਵਾਂ ਤੇ ਆ। ਜਿੱਥੇ ਹੋਂ ਜਾਈ ਤੂੰ ਸਭਨੀ ਥਾਈ, ਇਹ ਗੱਲ ਕਹਿੰਦੇ ਆ ਸਾਧ ਸੰਗਤ ਕਿ ਮੈਂ ਜਿੱਥੇ ਵੀ ਜਾਵਾਂ, ਜਿਹੜੀ ਜਗ੍ਹਾ ਵੇਖਾਂ, ਭਾਵਾਂ ਚੰਦ ਤੇ ਚਲੇ ਜਾਵਾਂ, ਇਹ ਇਨਸਾਨ ਭਾਵਾਂ ਚੰਦ ਤੋਂ ਵੀ ਅਗਾਂਹ ਚਲੇ ਜਾਏ, ਰੱਬ ਸਭਨੀ ਥਾਈ ਹੈਗਾ। ਜੇ ਰੱਬ ਸਭ ਥਾਵਾਂ ਤੇ ਆ, ਸਾਡੇ ਨਾਲ ਆ, ਤੇ ਅਸੀਂ ਰੱਬ ਦੇ ਨਾਲ ਕਿਉਂ ਨਹੀਂ ਹੁੰਦੇ?
ਇਹਦਾ ਮਤਲਬ ਹੈ ਕਿ ਦੁਨੀਆ ਦੇ ਪਦਾਰਥ ਮਾਇਆ ਦਾ ਪ੍ਰਭਾਵ ਇੰਨਾ ਕਬੂਲ ਕਰ ਚੁੱਕੇ ਆ ਕਿ ਜਿਹੜਾ ਰੱਬ ਸਾਡੇ ਨਾਲ ਰਹਿਣਾ ਚਾਹੁੰਦਾ ਹੈ, ਰੱਬ ਸਾਡੇ ਨਾਲ ਆ, ਪਰ ਅਸੀਂ ਰੱਬ ਦੇ ਨਾਲ ਨਹੀਂ ਰਹਿਣਾ ਚਾਹੁੰਦੇ, ਅਸੀਂ ਨਹੀਂ ਰਹਿਣਾ ਚਾਹੁੰਦੇ। ਪਰ ਸਾਨੂੰ ਰੱਬ ਉਦੋਂ ਯਾਦ ਆਉਂਦਾ ਹੈ ਜਦੋਂ ਦੁੱਖ ਆਉਂਦਾ ਹੈ। ਦੁੱਖ ਦੇ ਵਿੱਚ ਰੱਬ ਯਾਦ ਆਉਂਦਾ ਨਾ ਸਾਧ ਸੰਗਤ। ਜਦੋਂ ਸਾਹਮਣੇ ਕਿਤੇ ਦੁੱਖ ਹੋਵੇ, ਮੌਤ ਹੋਵੇ, ਫਿਰ ਸਾਨੂੰ ਰੱਬ ਚੇਤੇ ਆਉਂਦਾ, ਫਿਰ ਹੋਰ ਨਹੀਂ ਅਸੀਂ ਕੋਈ ਚੇਤੇ ਕਰਦੇ। ਸਾਹਮਣੇ ਮੌਤ ਨਜ਼ਰ ਆਉਂਦੀ ਹੋਏ ਨਾ ਸਾਧ ਸੰਗਤ, ਫਿਰ ਕੋਈ ਭੈਣ ਭਰਾ ਨਹੀਂ ਯਾਦ ਆਉਂਦਾ, ਕੋਈ ਮਾਂ ਪਿਓ ਨਹੀਂ, ਕੋਈ ਧੀ ਪੁੱਤਰ ਨਹੀਂ ਯਾਦ ਆਉਂਦਾ। ਪਤਾ ਉਹਨਾਂ ਨੇ ਇਸ ਤੋਂ ਬਚਾ ਨਹੀਂ ਸਕਣਾ। ਜਦੋਂ ਦੁੱਖ ਹੋਵੇ ਫਿਰ ਰੱਬ ਚੇਤੇ ਆਉਂਦਾ ਹੈ। ਉਹ ਜਿਹੜਾ ਰੱਬ ਚੇਤੇ ਕਰਨਾ ਆ ਉਹ ਸਵਾਰਥ ਆ, ਉਹ ਦੁੱਖ ਕਰਕੇ, ਉਹ ਪਿਆਰ ਕਰਕੇ ਨਹੀਂ, ਸਾਡੇ ਜੀਵਨ ਕਰਕੇ ਨਹੀਂ, ਉਹ ਪਿਆਰ ਕਰਕੇ ਨਹੀਂ। ਕਿੰਨਾ ਚੰਗਾ ਹੋਵੇ ਜੇ ਇਹ ਬੰਦਾ ਉਹਨੂੰ ਪਿਆਰ ਦੇ ਵਿੱਚ ਯਾਦ ਕਰੇ। ਤੋ ਸਾਧ ਸੰਗਤ ਇਹ ਆਪਾਂ ਵਿਚਾਰ ਕੀਤੀ ਸੀ। ਵਿਸਰ ਨਾਹੀ ਏਵਡ ਦਾਤੇ, ਹੇ ਵਾਹਿਗੁਰੂ ਤੂੰ ਏਡਾ ਵੱਡਾ ਦਾਤਾ ਹੈ, ਪਰ ਵਿਸਰੀ ਨਾ ਮੇਰੇ ਨਾਲ। ਕਰ ਕਿਰਪਾ ਭਗਤਨ ਸੰਗ ਰਾਤੇ, ਕਿਰਪਾ ਕਰ ਤੂੰ ਭਗਤਾਂ ਦੇ ਨਾਲ ਰਤਿਆ ਹੋਇਆ। ਦਿਨ ਸਰੈਣ ਜਿਉ ਤੁਧ ਧਿਆਈ, ਮੈਂ ਦਿਨ ਰਾਤ ਤੈਨੂੰ ਧਿਆਵਾਂ। ਇਹ ਦਾਨ ਮੋਹਿ ਕਰਨਾ ਜੀਓ, ਇਹ ਦਾਨ ਮੋਹਿ ਕਰਨਾ ਮੇਰੇ ਤੇ ਕਰੋ। ਮੇਰੀ ਝੋਲੀ ਵਿੱਚ ਇਹ ਦਾਨ ਪਾਓ, ਮੈਂ ਨਾਮ ਦੀ ਦਾਤ ਦਿਓ। ਮੈਂ ਤੁਹਾਡੇ ਕੋਲੋਂ ਨਾਮ ਦੀ ਦਾਤ ਮੰਗਣਾ ਚਾਹੁੰਦਾ। ਇੱਕ ਗੱਲ ਇੱਥੇ ਕਹਿਣੀ ਚਾਹਾਂਗਾ ਸਾਧ ਸੰਗਤ, ਹੁਣ ਨਹੀਂ ਕਿਤੇ ਵੀ ਜ਼ਿੰਦਗੀ 'ਚ ਮੌਕਾ ਮਿਲੇ ਤੁਸੀਂ ਵਿਚਾਰਨਾ। ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ, ਪਦਾਰਥਾਂ ਵਿੱਚੋਂ ਇਸ ਤੋਂ ਅਗਲੀ ਗੱਲ ਕਰ ਲਓ। ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬੜੀ ਵੱਡੀ ਕੀਮਤੀ ਦਾਤ ਆ, ਉਹ ਹੈ ਨਾਮ। ਇਸ ਮਨੁੱਖਾ ਜ਼ਿੰਦਗੀ ਦਾ ਉਹਨਾਂ ਚਿਰ ਲਾਹਾ ਨਹੀਂ ਜੇ ਜਿੰਨਾ ਚਿਰ ਨਾਮ ਨੂੰ ਨਾ ਸਮਝਿਆ। ਜਿਨ੍ਹਾਂ ਨੇ ਨਾਮ ਨੂੰ ਸਮਝ ਲਿਆ ਉਹ ਮਨੁੱਖਾ ਜ਼ਿੰਦਗੀ ਦਾ ਲਾਹਾ ਖੱਟ ਕੇ ਲੈ ਗਏ। ਉਹਨਾਂ ਨੇ ਲਾਹਾ ਖੱਟ ਲਿਆ। ਜੇ ਨਾਮ ਨਹੀਂ ਸਮਝਿਆ ਤੇ ਜ਼ਿੰਦਗੀ ਦਾ ਲਾਹਾ ਨਹੀਂ। ਹਾਂ, ਦੁਨੀਆਦਾਰੀ ਬਹੁਤ ਬੰਦਾ ਕਮਾ ਜਾਏਗਾ, ਦੁਨੀਆ ਦੇ ਵਿੱਚ ਧਨ ਪਦਾਰਥ ਬਹੁਤ ਬੰਦਾ ਕਮਾ ਲੇਗਾ, ਪਰ ਜੇ ਨਾਮ ਨਹੀਂ ਕਮਾਇਆ ਕਿਸੇ ਕੰਮ ਨਹੀਂ ਜੀਵਨ, ਕਿਸੇ ਕੰਮ ਦਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਵਿਣ ਤੁਧ ਹੋਰ ਜੇ ਮੰਗਣਾ। ਕਹਿੰਦੇ ਜੇ ਮੈਨੂੰ ਪੁੱਛੋ, ਦੁਨੀਆ ਦੇ ਲੋਕੋ ਸਿੱਖੋ, ਜੇ ਤੁਸੀਂ ਮੈਨੂੰ ਪੁੱਛੋ ਵੀ ਮੈਂ ਰੱਬ ਕੋਲੋਂ ਕੀ ਮੰਗਾ, ਦੁਨੀਆ ਦੇ ਕੰਮ ਧੰਦੇ, ਦੁਨੀਆ ਦੇ ਪਦਾਰਥ ਤਾਂ ਇਹ ਹੱਥ ਦੀ ਖੇਡ ਆ। ਚੰਗੀ ਮਿਹਨਤ ਕਰੋ ਤੇ ਬੰਦਾ ਕਾਮਯਾਬ ਹੋ ਜਾਂਦਾ, ਪਰ ਜੇ ਨਾਮ ਦੀ ਦਾਤ ਆ ਤੇ ਉਹ ਰੱਬ ਦੀ ਕਿਰਪਾ ਨਾਲ ਮਿਲਣੀ ਆ। ਉਹ ਆਪਣੀ ਤਾਕਤ ਨਾਲ ਨਹੀਂ, ਆਪਣੀ ਸਿਆਣਪ ਨਾਲ ਨਹੀਂ, ਇਹਨਾਂ ਹੱਥਾਂ ਪੈਰਾਂ ਦੀ ਮਿਹਨਤ ਨਾਲ ਨਾਮ ਨਹੀਂ ਮਿਲੇਗਾ, ਉਹਦੀ ਬਖਸ਼ਿਸ਼ ਨਾਲ ਨਾਮ ਮਿਲਣਾ। ਗੁਰੂ ਕਹਿੰਦੇ ਨੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਕਹਿੰਦੇ ਉਹ ਦੁੱਖਾਂ ਦਾ ਦੁੱਖ ਆ, ਵੱਡਾ ਦੁੱਖ ਆ। ਜੇ ਨਾਮ ਤੋਂ, ਜੇ ਤੁਸੀਂ ਹੁਣ ਦੇਖੋ ਇਹ ਗੁਰੂ ਦਾ ਜੀਵਨ ਜੇ। ਗੁਰੂ ਕਹਿੰਦੇ ਆ ਵੀ ਜੇ ਤੁਸੀਂ ਮੈਨੂੰ ਪੁੱਛੋ ਮੈਂ ਰੱਬ ਕੋਲੋਂ ਕੀ ਮੰਗਦਾ, ਮੇਰਾ ਜੀਵਨ ਕੈਸਾ ਆ, ਤੇ ਮੈਂ ਇਹੀ ਕਹਾਂਗਾ ਵੀ ਨਾਮ ਤੋਂ ਬਿਨਾਂ ਮੈਂ ਰੱਬ ਕੋਲੋਂ ਮੰਗਾ ਤੇ ਮੈਂ ਹੋਰ ਪਦਾਰਥਾਂ ਨੂੰ ਵੱਡਾ ਦੁੱਖ ਮੰਨਦਾ। ਪਰ ਜੇ ਨਾਮ ਨਾ ਮਿਲੇ ਤਾਂ, ਹਾਂ ਜੇ ਨਾਮ ਮਿਲੇ ਤਾਂ ਦੁਨੀਆ ਦੇ ਪਦਾਰਥ ਮਿਲ ਜਾਣ, ਕੋਈ ਪ੍ਰੋਬਲਮ ਨਹੀਂ। ਹੁਣ ਦੇਖੋ ਸਾਧ ਸੰਗਤ, ਇੱਕ ਬੱਚਾ ਮੇਲੇ ਵਿੱਚ ਘੁੰਮਣ ਜਾ ਰਿਹਾ, ਬਾਜ਼ਾਰ ਵਿੱਚ, ਉਹਨੇ ਆਪਣੀ ਮਾਂ ਪਿਓ ਦੀ ਉਂਗਲ ਪਕੜੀ ਆ। ਛੋਟੇ ਜਿਹੇ ਬੱਚੇ ਨੇ, ਛੋਟਾ ਜਿਹਾ ਬੱਚਾ ਮਾਂ ਪਿਓ ਦੀ ਉਂਗਲ ਪਕੜ ਕੇ ਬਾਜ਼ਾਰ ਵਿੱਚ ਰੰਗ ਬਰੰਗੀਆਂ ਚੀਜ਼ਾਂ ਵੇਖ ਰਿਹਾ ਹੈ, ਮਠਿਆਈਆਂ ਵੇਖ ਰਿਹਾ ਹੈ, ਖਿਡੌਣੇ ਵੇਖ ਰਿਹਾ ਹੈ, ਗਰਮ ਗਰਮ ਜਲੇਬੀਆਂ ਵੇਖ ਰਿਹਾ ਹੈ, ਤੇ ਕਿਤੇ ਕਿਤੇ ਵਿੱਚੋਂ ਕਹਿ ਵੀ ਦਿੰਦਾ ਵੀ ਮੈਂ ਉਹ ਜਲੇਬੀ ਖਾਣੀ ਹੈ, ਮੈਂ ਉਹ ਖਿਡੌਣਾ ਲੈਣਾ ਹੈ। ਬੜਾ ਖੁਸ਼ ਹੈ ਬੱਚਾ ਵੀ ਮੇਲੇ 'ਚ ਆਇਆ, ਕੁਝ ਨਾ ਕੁਝ ਤੇ ਮਿਲੇਗਾ ਨਾ, ਮੇਰਾ ਪਿਓ ਲੈ ਕੇ ਦੇਏਗਾ ਨਾ ਕੁਝ ਨਾ ਕੁਝ।
ਅਚਾਨਕ ਉਸ ਬੱਚੇ ਦੀ ਉਂਗਲ ਮਾਂ ਪਿਓ ਤੋਂ ਜਿਹੜੀ ਪਕੜੀ ਸੀ ਉਹ ਛੁੱਟ ਜਾਂਦੀ ਹੈ, ਬੱਚਾ ਇਕੱਲਾ ਰਹਿ ਜਾਂਦਾ ਹੈ। ਜਦੋਂ ਉਹ ਬੱਚਾ ਇਕੱਲਾ ਰਹਿੰਦਾ ਹੈ, ਉਹ ਖਿਡੌਣਿਆਂ ਨੂੰ ਵੇਖ ਰਿਹਾ ਹੁੰਦਾ, ਪਰ ਖਿਡੌਣਿਆਂ ਵਿੱਚ ਉਹਦੀ ਸੁਰਤ ਨਹੀਂ ਜਾ ਰਹੀ। ਉਹ ਰੋ ਰਿਹਾ ਹੁੰਦਾ, ਖਿਡੌਣਿਆਂ ਕਰਕੇ ਨਹੀਂ, ਮਠਿਆਈਆਂ ਕਰਕੇ ਨਹੀਂ, ਜਲੇਬੀਆਂ ਕਰਕੇ ਨਹੀਂ। ਉਹ ਬੱਚਾ ਰੋਂਦਾ ਹੈ। ਲੋਕੀ ਪੁੱਛਦੇ ਆ ਵੀ ਤੂੰ ਰੋ ਕਿਉਂ ਰਿਹਾ ਹੈ, ਕਿ ਤੈਨੂੰ ਕੀ ਚਾਹੀਦਾ, ਖਿਡੌਣੇ ਚਾਹੀਦੇ ਆ? ਉਹ ਕਹਿੰਦਾ ਮੈਨੂੰ ਖਿਡੌਣੇ ਨਹੀਂ ਚਾਹੀਦੇ, ਮੈਂ ਆਪਣੀ ਮਾਂ ਕੋ ਜਾਣਾ, ਮੈਂ ਆਪਣੀ ਮਾਂ ਪਿਓ ਕੋ ਜਾਣਾ, ਮੈਨੂੰ ਮਾਂ ਕੋ ਲੈ ਜਾਓ। ਉਦੋਂ ਉਹਨੂੰ ਮਾਂ ਚੇਤੇ ਆਉਂਦੀ ਹੈ ਨਾ ਜੀ। ਜਦੋਂ ਮਾਂ ਦੀ ਉਂਗਲ ਪਕੜੀ ਹੁੰਦੀ ਹੈ ਨਾ, ਉਦੋਂ ਨਹੀਂ ਮਾਂ ਚੇਤੇ, ਉਹਨੂੰ ਪਤਾ ਵੀ ਮੇਰੇ ਨਾਲ ਹੀ ਆ, ਮੇਰੇ ਨਾਲ ਹੀ ਆ। ਸਾਧ ਸੰਗਤ, ਜੇ ਨਾਮ ਹੈ ਕੋਲ, ਦੁਨੀਆ ਦੇ ਪਦਾਰਥ ਵੀ ਕਬੂਲ ਆ। ਜੇ ਨਾਮ ਨਹੀਂ ਆ, ਮਾਂ ਪਿਓ ਨਹੀਂ ਆ, ਇਸ ਆਤਮਾ ਨੂੰ ਦੁਨੀਆ ਦੇ ਖਿਡੌਣੇ, ਦੁਨੀਆ ਦੇ ਰੰਗ ਤਮਾਸ਼ੇ, ਗਰਮ ਗਰਮ ਜਲੇਬੀਆਂ ਇਹ ਨਹੀਂ ਪਾਉਂਦੀਆਂ। ਸਾਡੀ ਆਤਮਾ ਨਾਮ ਤੋਂ ਤੜਫਦੀ ਆ। ਸਾਡੀ ਆਤਮਾ ਦਾ ਭੋਜਨ ਸੀ ਨਾਮ। ਉਹ ਨਾਮ ਭੋਜਨ ਦਿੱਤਾ ਹੀ ਨਹੀਂ, ਵਿਚਾਰੀ ਭੁੱਖੀ ਮਰ ਰਹੀ ਆਤਮਾ। ਸਾਡੇ ਅੰਦਰ, ਸਾਡਾ ਅੰਦਰ ਖਾਲੀ ਭੁੱਖਾ ਮਰ ਰਿਹਾ, ਸੁੱਕਾ ਸੜ ਰਿਹਾ ਅੰਦਰ। ਪਰ ਗੁਰੂ ਸੁੱਕੇ ਹਰੇ ਕੀਏ ਖਿਨ ਮਾਏ, ਸੁੱਕੀ ਨੂੰ ਹਰਾ ਕਰ ਸਕਦਾ। ਤੋ ਸਾਧ ਸੰਗਤ, ਗੁਰੂ ਕਹਿੰਦੇ ਆ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੁ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਸਾਚੇ ਨਾਮ ਕੀ ਲਾਗੇ ਭੂਖ। ਜਦੋਂ ਸੱਚੇ ਨਾਮ ਦੀ ਭੁੱਖ ਲੱਗੀ ਨਾ ਸਾਧ ਸੰਗਤ, ਇਤ ਭੁੱਖੇ ਖਾਏ। ਜਦੋਂ ਇਹ ਭੁੱਖ ਲੱਗੀ ਤੇ ਖਾਧਾ, ਨਾਮ ਛਕਿਆ, ਨਾਮ ਖਾਧਾ। ਕਹਿੰਦੇ ਨੇ ਜਦੋਂ ਨਾਮ ਦਾ ਭੋਜਨ ਛਕਿਆ, ਸਾਰੀਆਂ ਦੁੱਖਾਂ ਭੁੱਖਾਂ ਹੀ ਮਿਟਾ ਦਿੱਤੀਆਂ ਨਾਮ ਨੇ। ਇਤ ਭੁੱਖੇ ਖਾਏ ਚਲੀਏ ਦੁੱਖ, ਦੁੱਖ ਚਲੇ ਗਏ, ਸਾਰੇ ਦੁੱਖ ਭੁੱਖ ਖਤਮ ਹੋ ਗਏ। ਇਹ ਕਿਹਦੀ ਤਾਕਤ ਆ, ਕਿਹਦੀ ਬਰਕਤ ਰਹਿਮਤ ਆ? ਨਾਮ ਦੀ। ਜਦੋਂ ਨਾਮ ਦਾ ਕੋਈ ਭੋਜਨ ਛਕਦਾ ਹੈ ਨਾ ਸਾਧ ਸੰਗਤ, ਤੇ ਸਾਰੀਆਂ ਭੁੱਖਾਂ ਹੀ ਮਿਟਾ ਦਿੰਦਾ। ਦੁਨੀਆ ਦਾ ਭੋਜਨ ਸਵੇਰੇ ਕਰੀਦਾ, ਦੁਪਹਿਰ ਨੂੰ ਫੇਰ ਬੰਦਾ ਚੌਂਕੇ ਵੱਲ, ਕਿਚਨ ਵੱਲ ਵੇਂਦਾ, ਤੇ ਦੁਪਹਿਰ ਦਾ ਛਕਿਆ ਹੋਇਆ ਭੋਜਨ ਰਾਤ ਨੂੰ ਫੇਰ ਝਾਤੀਆਂ ਮਾਰ ਰਿਹਾ ਹੁੰਦਾ। ਭੁੱਖ ਲੱਗਦੀ ਹੈ ਨਾ ਸਾਧ ਸੰਗਤ। ਪਰ ਨਾਮ ਦਾ ਜਿਹੜਾ ਭੋਜਨ ਆ, ਇਹ ਸਾਰੀਆਂ ਭੁੱਖਾਂ ਮਿਟਾ ਦਿੰਦਾ। ਹਜ਼ੂਰ ਅੱਗੇ ਕਹਿੰਦੇ ਆ, ਮਾਟੇ ਅੰਦੇ ਸੁਰਤ ਸਮਾਏ। ਮਾਟੀ, ਮਿੱਟੀ, ਆ ਸਰੀਰ ਮਿੱਟੀ ਆ। ਇੱਥੇ ਇੱਕ ਧਿਆਨ ਦੇਣਾ, ਗੁਰੂ ਨੇ ਉਦਾਹਰਨ ਲਈ ਹੈ ਇਹਦੀ। ਗੁਰੂ ਤਾਂ ਕਹਿੰਦੇ ਆ ਵੀ ਇਹ ਸਰੀਰ ਤਾਂ, ਇਹ ਜਨਮ ਤਾਂ ਹੀਰੇ ਜੈਸਾ, ਇਹ ਵੀ ਕਹਿੰਦੇ ਆ ਨਾ, ਇਹ ਜਨਮ ਹੀਰਾ ਜਨਮ ਆ। ਬਾਣੀ ਦੇ ਵਿੱਚ ਹੀਰਾ ਸ਼ਬਦ ਕੁਝ ਚੀਜ਼ਾਂ ਲਈ ਆਇਆ, ਜਿਵੇਂ ਨਾਮ ਨੂੰ ਹੀਰਾ ਕਿਹਾ, ਮਨੁੱਖਾ ਜ਼ਿੰਦਗੀ ਨੂੰ ਹੀਰਾ ਕਿਹਾ, ਗੁਰੂ ਦੇ ਸ਼ਬਦਾਂ ਨੂੰ, ਬਾਣੀ ਨੂੰ ਹੀਰੇ ਮੋਤੀ ਕਿਹਾ। ਆ ਸਰੀਰ ਵੀ ਹੀਰਾ ਮੋਤੀ ਆ। ਪਰ ਗੁਰੂ ਇੱਕ ਪਾਸੇ ਕਹਿੰਦੇ ਨੇ ਇਹ ਸਰੀਰ ਮਿੱਟੀ ਆ। ਤੇ ਧਿਆਨ ਰੱਖਣਾ, ਇੱਕ ਪਾਸੇ ਕਹਿ ਦਿੱਤਾ ਇਹ ਸਰੀਰ ਜਨਮ ਹੀਰਾ ਆ, ਇੱਕ ਪਾਸੇ ਕਹਿ ਦਿੱਤਾ ਇਹਦੇ ਪੰਜ ਤੱਤਾਂ ਦੀ ਮਿੱਟੀ ਆ। ਪਰ ਉਹ ਇੱਕ ਉਦਾਹਰਨ ਦਿੱਤੀ ਹੈ, ਮਿੱਟੀ ਦੀ ਇੱਕ ਉਦਾਹਰਨ ਦਿੱਤੀ ਹੈ ਸਾਧ ਸੰਗਤ। ਗੁਰੂ ਕਹਿੰਦੇ ਨੇ ਮਾਟੀ ਅੰਧੀ, ਮਾਟੀ ਅੰਨੀ ਆ। ਅੰਨੀ ਤੋਂ ਭਾਵ ਨਜ਼ਰ ਨਹੀਂ ਆ ਰਿਹਾ। ਇੱਥੇ ਅੰਨੀ ਦਾ ਅਰਥ ਕੀਤਾ ਆ ਮੁਰਦਾ। ਇਹ ਮੁਰਦਾ ਮਿੱਟੀ ਸੀ। ਮਿੱਟੀ ਤੇ ਮੁਰਦਾ ਹੀ ਹੁੰਦੀ ਹੈ ਨਾ ਜੀ। ਮਿੱਟੀ ਕੋਈ ਚੱਲਦੀ ਫਿਰਦੀ ਥੋੜਾ, ਮਿੱਟੀ ਕੋਈ ਬੋਲਦੀ ਥੋੜਾ। ਪਰ ਜਦੋਂ ਇਹ ਮਿੱਟੀ, ਸਰੀਰ ਮਿੱਟੀ ਬਣਦਾ ਆ, ਜਦੋਂ ਮਿੱਟੀ ਤੋਂ ਸਰੀਰ ਬਣਦਾ ਆ, ਇਹ ਤਨ ਬਣਦਾ ਆ, ਤੇ ਫਿਰ ਇਹ ਮਿੱਟੀ ਬੋਲਣ ਵੀ ਲੱਗ ਪੈਂਦੀ ਆ, ਸੁਣਨ ਵੀ ਲੱਗ ਪੈਂਦੀ, ਚੱਲਣ ਵੀ ਲੱਗ ਪੈਂਦੀ ਆ। ਤੇ ਧਿਆਨ ਰੱਖਣਾ, ਮਾਟੀ ਅੰਧੀ ਦਾ ਅਰਥ ਕੀਤਾ ਹੈ ਮੁਰਦਾ ਮਿੱਟੀ, ਬੇਜ਼ੁਬਾਨ ਮਿੱਟੀ, ਜਿਹੜੀ ਚੱਲਦੀ ਫਿਰਦੀ ਨਹੀਂ ਸੀ, ਆਪਣੇ ਆਪ ਵਿੱਚ ਕੁਝ ਨਹੀਂ ਸੀ। ਤੇ ਸੁਰਤ ਸਮਾਈ, ਇਹਦੇ ਵਿੱਚ ਪ੍ਰਮਾਤਮਾ ਨੇ ਸੁਰਤ ਸਮਾ ਦਿੱਤੀ, ਪਾ ਦਿੱਤੀ। ਹੁਣ ਇੱਥੇ ਸੁਰਤ ਤੋਂ ਭਾਵ ਕੀ ਹੈ ਜੀ? ਚੇਤਨਾ। ਇਹ ਸਰੀਰ ਮਿੱਟੀ ਵਿੱਚ ਰੱਬ ਨੇ ਸੁਰਤ ਪਾ ਦਿੱਤੀ, ਚੇਤਨਾ ਪਾ ਦਿੱਤੀ, ਜਿੰਦ ਜਾਨ ਪਾ ਦਿੱਤੀ ਜੀ। ਇਹਦੇ ਵਿੱਚ ਜਾਨ ਪਾ ਦਿੱਤੀ ਰੱਬ ਨੇ। ਮਾਟੇ ਅੰਧੇ ਸੁਰਤ ਸਮਾਏ,
सब किस दिया भलिया जाए। सब किस दिया, ये बड़ी कीमती गल है जी। आ वाली कोई बंदा कहे सानू भरोसा जा नहीं बनता। रब ने सानू साडे शरीर विच, तन विच, मन विच सब कुछ दिता है। सारे सल्यूशन इस दिमाग विच या मन विच है जी। वो वखरी गल सानू सल्यूशन करना ना आवे, कढ़ना ना आवे, वो वखरी गल आ। वो साडी कमी हो सकती, घाट हो सकती है, पर सारे जिहड़े सल्यूशन है ना वो रब ने पा दिते ने विच, वो रब ने पा दिते हैं। एक दिन उदाहरण दिती सी भी एक एस्प्रीन नां दा कैमिकल साडे अंदर, साडे शरीर विच, ਉਹਦਾ काम पता की है? खून नूं जमा देना। भी खून ਉਹਦਾ काम है, साडे अंदर एक रब ने कैमिकल पाया है, ਉਹਦਾ काम है खून जमाउणा, जम जाना। हुण ਉਹ खून जमाउण वाला साडे अंदर आ, ते जे साडे अंदर किते भी खून जम जाए ते बहुत वड्डी प्रॉब्लम है। खून किते भी जम जाए, बंदा गया। वो अंदर खून नहीं जमांदा, क्यों? क्योंकि वो सुता रहिंदा है, वो कैमिकल एक्टिव नहीं होंदा, सुता रहिंदा है। हुण जदों वो सुता रहिंदा है ना, वो भावें 100 साल सुता रहे, सारी जिंदगी सुता रहे, पर वो जागदा उदों आ जदों उन्होंने ऑक्सीजन मिलती है। जदों उन्होंने ऑक्सीजन मिलती है ना खुले तौर पर, वो फिर जाग जाता है। ते वो जाके पहला काम की करता भी मैनू रब वालों ये हुक्म होया भी मैं खून जमाना है, वो खून जमा देंदा। हुण वो की हुंदा है जी, जे अंदर वो अंदर ऑक्सीजन नहीं मिलती, उन्होंने उस कैमिकल नूं अंदर ऑक्सीजन नहीं मिलती, वो सुता रहिंदा है, वो खून नहीं जमाउंदा। साडे शरीर विच खून नहीं जमदा। जदों डॉक्टर टीका लांदे ने, सिरिंज लांदे आ, इंजैक्शन लगांदे आ, उदों वो सूई विचों हवा कढ के लांदे आ। ਉਹਦਾ ਮਤਲਬ ਇਹ ਸੀ ਵੀ ਜੇ ਹਵਾ ਅੰਦਰ ਚਲੇ ਗਈ ਨਾ, ਆਕਸੀਜਨ ਚਲੇ ਗਏ ਤੇ ਉਹਨੂੰ ਮਿਲ ਗਈ, ਉਹਨੇ ਜਾਗ ਜਾਣਾ ਤੇ ਉਹਨੇ ਅੰਦਰ ਖੂਨ ਜਮਾ ਦੇਣਾ। ਅੰਦਰ ਜੰਮਿਆ ਖੂਨ ਜਿਹੜਾ ਆ ਉਹ ਠੀਕ ਨਹੀਂ। ਹੁਣ ਕੀ ਕੀਤਾ ਵੀ ਜਦੋਂ ਸਾਡੇ ਬਾਹਰ ਜ਼ਖਮ ਹੁੰਦਾ ਨਾ, ਜਦੋਂ ਕੋਈ ਬਾਹਰ ਜ਼ਖਮ ਹੁੰਦਾ, ਕੋਈ ਸੱਟ ਪੇਟ ਵੱਜ ਜਾਏ ਤੇ ਚਮੜੀ ਵਿੱਚੋਂ ਖੂਨ ਨਿਕਲਦਾ। ਹੁਣ ਜੇ ਖੂਨ ਚਮੜੀ ਵਿੱਚੋਂ ਕੋਈ ਸੱਟ ਲੱਗੀ ਹੈ, ਵੱਢਿਆ ਗਿਆ ਤੇ ਖੂਨ ਵਗ ਰਿਹਾ, ਖੂਨ ਵਗ ਗਿਆ ਤਾਂ ਵੀ ਬੰਦਾ ਗਿਆ। ਹੁਣ ਜਦੋਂ ਖੂਨ ਚਮੜੀ ਦੇ ਵਿੱਚ ਜ਼ਖਮ ਹੋਇਆ ਨਾ, ਚਮੜੀ ਦੇ ਵਿੱਚ ਚਮੜੀ ਪਾਟ ਗਈ ਤੇ ਚਮੜੀ ਦੇ ਵਿੱਚ ਉਹਨੂੰ ਆਕਸੀਜਨ ਮਿਲ ਗਈ, ਉਹ ਜਾਗਿਆ। ਉਹ ਇੱਕਦਮ ਉੱਥੇ ਆਇਆ, ਜ਼ਖਮ ਵਾਲੀ ਜਗ੍ਹਾ ਤੇ ਆਇਆ, ਉਹਨੇ ਜ਼ਖਮ ਦੇ ਉੱਤੇ ਖੂਨ ਨੂੰ ਜਮਾ ਦਿੱਤਾ, ਉਹਨੂੰ ਜਮਾ ਦਿੱਤਾ। ਜਦੋਂ ਵਗਣਾ ਖੂਨ ਬੰਦ ਹੋ ਗਿਆ, ਬੰਦਾ ਬਚ ਗਿਆ। ਦੇਖੋ ਇਹ ਚੀਜ਼, ਇਸ ਤਰ੍ਹਾਂ ਦੀਆਂ ਹਜ਼ਾਰਾਂ ਲੱਖਾਂ ਚੀਜ਼ਾਂ ਰੱਬ ਨੇ ਸਰੀਰ 'ਚ ਪਾਈਆਂ ਨੇ। ਆ ਇੱਕ ਉਦਾਹਰਨ ਆਪਾਂ ਲੈ ਲਈ ਆ ਵੀ ਜਿਹੜੀ ਸਮਝ ਸਾਨੂੰ ਆ ਜਾਏ। ਤੇ ਸਾਧ ਸੰਗਤ, ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆ, ਉਹ ਸਾਰੇ ਪ੍ਰਬੰਧ ਸਗਲ ਸਰੰਜਾਮ ਕਰੇ ਪ੍ਰਭ ਆਪੇ। ਬਸ ਸਾਡਾ ਤੇ ਕੰਮ ਸੀ ਰੱਬ ਦੇ ਰਾਹ ਤੇ ਚੱਲਣਾ, ਰੱਬੀ ਮਾਰਗ ਤੇ ਤੁਰਨਾ। ਸਾਰੇ ਪ੍ਰਬੰਧ, ਸਾਰੇ ਸੋਲਿਊਸ਼ਨ ਰੱਬ ਕਰੀ ਬੈਠਾ ਹੈ। ਹੁਣ ਗੁਰੂ ਕਹਿੰਦੇ ਆ ਵੀ ਸਾਰਾ ਕੁਝ ਤੈਨੂੰ ਰੱਬ ਨੇ ਦਿੱਤਾ ਹੋਇਆ, सारा कुछ। सारे जे कोई प्रॉब्लम होंदी है, कोई बीमारी होंदी है, कोई दर्द होंदा है, कोई दुख होंदा है, उहदा सल्यूशन रब ने सानू दे दिता है नाल। वो करना ना आवे वो वखरी गल है, वो वखरी गल है। ते हजूर कहंदे ने सब किश दिया, सारा कुछ दिता है रब ने जी, रब ने सारा कुछ दिता है। कोई चीज ऐसी नहीं जिहड़ी रब ने नहीं दिती, पर वो सानू वो नज़रिया सानू वो वेखना पएगा, सानू इस तरह का बनना पएगा कि सानू वो सल्यूशन, वो सारिया चीज़ां जिहड़ियां नज़र आ जाए। सब किश दिया भलिया जाए। भलिया दा अर्थ भली चंगी, ते जाई दा अर्थ जी जगह। कहंदे ने तैनूं चंगी जगह दित्ती रब ने, धरती धर्मशाला दित्ती तैनूं। जे धरती थोड़ा जिहा सूरज के नेड़े हो जाए तो बहुत ज़्यादा गर्मी हो जाती है, जे थोड़ी जी किते सूरज तो दूर हो जाए तो धरती ते बर्फ जम जाएगी, ठंड हो जाएगी, तां भी असीं नहीं रह पावांगे।
ਰੱਬ ਨੇ ਦੇਖੋ ਐ ਪੂਰਾ ਉੱਥੇ ਕਿ ਜੇ ਰੱਖੀ ਹੈ ਵੀ ਨਾ ਜ਼ਿਆਦਾ ਸਰਦੀ ਤੇ ਨਾ ਗਰਮੀ। ਜਦੋਂ ਧਰਤੀ ਘੁੰਮਦੀ ਘੁੰਮਦੀ ਸੂਰਜ ਦੇ ਥੋੜਾ ਜਿਹਾ ਨੇੜੇ ਆਉਂਦੀ ਹੈ ਨਾ, ਗਰਮੀ ਵੱਧ ਜਾਂਦੀ ਹੈ, ਤੇ ਜੇ ਥੋੜਾ ਜਿਹਾ ਦੂਰ ਜਾਂਦੀ ਹੈ ਥੋੜਾ ਜਿਹਾ ਹੀ, ਤੇ ਸਰਦੀ ਦਾ ਮੌਸਮ ਆ ਜਾਂਦਾ ਹੈ। ਤੇ ਜੇ ਮੰਨ ਲਓ ਥੋੜਾ ਜਿਹਾ ਕਿਤੇ ਹੋਰ ਦੂਰ ਹੋ ਜਾਏ ਤੇ ਫਿਰ ਤਾਂ ਕੰਮ ਗੜਬੜ ਸੀ। ਰੱਬ ਨੇ ਕਿੰਨੀ ਟਿਕਾ ਕੇ ਕਿਸੇ ਸਿਚੁਏਸ਼ਨ ਪੂਰੀ ਫਿੱਟ ਕਰਕੇ ਰੱਬ ਨੇ ਧਰਤੀ ਧਰਮਸ਼ਾਲਾ ਸਾਨੂੰ ਦਿੱਤੀ, ਜਿਹਦੇ ਵਿੱਚ ਪਹਾੜ ਦਿੱਤੇ, ਸਮੁੰਦਰ ਦਿੱਤੇ, ਪਾਣੀ ਵਰਗੀਆਂ ਨਿਆਮਤਾਂ ਦਿੱਤੀਆਂ, ਹਵਾਵਾਂ ਦਿੱਤੀਆਂ, ਬੇਹਿਸਾਬਾ ਰੱਬ ਨੇ ਧਰਤੀ ਤੇ ਪਾਣੀ ਦਿੱਤਾ ਸਾਨੂੰ, ਕਿਉਂਕਿ ਸਾਨੂੰ ਲੋੜ ਸੀ ਪਾਣੀ ਦੀ। ਇਹਦੇ ਨਾਲੋਂ ਜ਼ਿਆਦਾ ਪਾਣੀ ਤੇ ਚਲੋ ਬੰਦਾ ਸਵੇਰੇ ਪੀਵੇ 4-5 ਘੰਟੇ, ਹਫਤਾ ਬੰਦਾ ਇੱਕ ਬੰਦਾ ਸ਼ਾਮ ਤੱਕ 10-12 ਘੰਟੇ ਕੱਢ ਲੈਂਦਾ ਹੈ, ਪਰ ਹਵਾ ਤੋਂ ਬਿਨਾਂ ਤੇ 2 ਸਵਾਸ ਨਹੀਂ ਨਿਕਲਦੇ, 1 ਮਿੰਟ ਨਹੀਂ ਨਿਕਲਦਾ। ਹਵਾ ਦੀ ਜ਼ਿਆਦਾ ਜ਼ਰੂਰਤ ਸੀ ਨਾ, ਤੇ ਰੱਬ ਨੇ ਪਾਣੀ ਨਾਲੋਂ ਵੀ ਸੈਂਕੜੇ ਹਜ਼ਾਰਾਂ ਲੱਖਾਂ ਗੁਣਾ ਵੱਧ ਹਵਾ ਪੈਦਾ ਕਰ ਦਿੱਤੀ, ਕੀਤੀ ਹੈ ਨਾ ਜੀ। ਸਾਨੂੰ ਪਾਣੀ ਦੀ ਜ਼ਰੂਰਤ, ਰੱਬ ਨੇ ਪਾਣੀ ਦਿੱਤਾ। ਸਾਨੂੰ ਆਕਸੀਜਨ ਹਵਾ ਦੀ ਜ਼ਰੂਰਤ, ਰੱਬ ਨੇ ਹਵਾ ਦਿੱਤੀ। ਗੁਰੂ ਕਹਿੰਦੇ ਨੇ ਤੈਨੂੰ ਬੜੀ ਵਧੀਆ ਧਰਤੀ ਧਰਮਸ਼ਾਲਾ ਦਿੱਤੀ ਆ। ਜਾਈਦਾਰ ਤੇ ਜਗ੍ਹਾ, ਉਹ ਥਾਂ ਕਿਹੜੀ ਜਗ੍ਹਾ, ਕਿਹੜੀ ਥਾਂ ਜੀ? ਧਰਤੀ ਧਰਮਸ਼ਾਲਾ ਥਾਪ ਰੱਖੀ ਧਰਮਸ਼ਾਲ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਜਗ੍ਹਾ ਤੈਨੂੰ ਬਹੁਤ ਵਧੀਆ ਦਿੱਤੀ ਹੈ। ਗੁਰੂਦੇਵ ਕਹਿੰਦੇ ਨੇ ਸਭ ਕਿਛ ਦਿਆ ਭਲੀਆ ਜਾਏ। ਆਪਾਂ ਧਰਤੀ ਦੀ ਛੱਡੋ, ਆਪਣੇ ਸਰੀਰ ਦੇ ਵਿੱਚ ਗੱਲ ਕਰ ਲਓ, ਸਾਨੂੰ ਹਰ ਚੀਜ਼ ਕੰਪਲੀਟ ਰੱਬ ਨੇ ਦਿੱਤੀ ਹੈ। ਰੱਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਜਿਹੜਾ ਦਿਮਾਗ ਹੈ ਨਾ ਸਾਧ ਸੰਗਤ, ਜਿਹੜੇ ਡਾਕਟਰ ਵਿਗਿਆਨੀ ਲੋਕ ਨੇ, ਉਹ ਕਹਿੰਦੇ ਆ ਵੀ ਇਹਦੇ ਬਰਾਬਰ ਦੁਨੀਆ ਦਾ ਕੋਈ ਕੰਪਿਊਟਰ ਹੀ ਨਹੀਂ ਹੈਗਾ। ਦੁਨੀਆ ਦੇ ਕੰਪਿਊਟਰ ਦੀ ਕਪੈਸਿਟੀ ਆ ਕਿੰਨੇ GB ਉਹ ਭਰ ਜਾਏਗਾ। ਦਿਮਾਗ ਦੀ ਕਪੈਸਿਟੀ ਜਿਹੜੀ ਆ ਉਹ ਅਨਲਿਮਟਿਡ ਆ, ਇਹ ਭਰਦਾ ਹੀ ਨਹੀਂ, ਜਿੰਨਾ ਮਰਜ਼ੀ ਪਾਈ ਜਾਓ ਇਹਦੇ ਵਿੱਚ। ਸਾਧ ਸੰਗਤ, ਰੱਬ ਨੇ ਸਰੀਰ ਵਿੱਚ ਬਹੁਤ ਦਾਤਾਂ ਦਿੱਤੀਆਂ, ਬੜੀਆਂ ਚੀਜ਼ਾਂ ਦਿੱਤੀਆਂ। ਹਰ ਇੱਕ ਚੀਜ਼ ਨੂੰ ਸਮਝੋ, ਵੇਖੋ ਤੇ ਉਹਦਾ ਆਨੰਦ ਮਾਣੋ। ਰੱਬ ਨੇ ਸਰੀਰ ਵਿੱਚ ਐਸੀਆਂ ਚੀਜ਼ਾਂ ਪਾ ਦਿੱਤੀਆਂ, ਤੁਸੀਂ ਦੁੱਖ ਵਿੱਚ ਵੀ ਆਨੰਦ ਮਾਣ ਸਕਦੇ ਹੋ, ਤੁਸੀਂ ਮੌਤ ਦੇ ਵਿੱਚ ਵੀ ਆਨੰਦ ਮਾਣ ਸਕਦੇ ਹੋ। ਐਸੀਆਂ ਦਾਤਾਂ ਦਿੱਤੀਆਂ। ਇਸੇ ਲਈ ਰੱਬੀ ਬੰਦੇ ਰੱਬ ਦੀ ਰਜ਼ਾ ਵਿੱਚ ਕਹਿੰਦੇ ਸੀ, ਭਾਵਾਂ ਤੂੰ ਹੁਣ ਜਨਮ ਦੇ, ਭਾਵਾਂ ਤੂੰ ਮਾਰ ਦੇ, ਭਾਵਾਂ ਤੂੰ ਰਾਜਾ ਬਣਾ, ਭਾਵਾਂ ਤੂੰ ਭਿਖਾਰੀ ਬਣਾ, ਅਸੀਂ ਤੇ ਉਸ ਅਵਸਥਾ ਦੇ ਵਿੱਚ ਆਨੰਦ ਦੇ ਵਿੱਚ ਹੀ ਜਿਉਂਦੇ ਹਾਂ, ਅਸੀਂ ਆਨੰਦ ਵਿੱਚ ਰਹਿੰਦੇ ਹਾਂ। ਭਲੀਆ ਜਾਈ, ਹਜ਼ੂਰ ਅੱਗੇ ਕਹਿੰਦੇ ਆ ਜੇ ਅਨੰਦ ਬਿਨੋਦ ਚੋਜ ਤਮਾਸ਼ੇ। ਆਨੰਦ ਦੀਆਂ ਦਾਤਾਂ, ਸੁੱਖ ਦੀਆਂ, ਸੁੱਖ ਸਹੂਲਤਾਂ ਦੀਆਂ ਦਾਤਾਂ ਦਿੱਤੀਆਂ। ਬੰਦਾ ਗਰਮੀ ਤੋਂ ਅੱਕ ਜਾਂਦਾ ਹੈ ਜੀ, ਹੁਣ ਗਰਮੀ ਦਾ ਮੌਸਮ ਲੰਘ ਰਿਹਾ, ਰੱਬ ਨੇ ਬਰਸਾਤ ਦਾ, ਸਾਵਣ ਦਾ ਮੌਸਮ ਦੇ ਦਿੱਤਾ। ਬੰਦਾ ਬਰਸਾਤਾਂ ਤੋਂ ਵੀ ਅੱਕ ਗਿਆ, ਆ ਭਾਦਰੋਂ ਦਾ ਮੌਸਮ ਦੇ ਦਿੱਤਾ ਵੀ ਬੱਦਲ ਬੜੇ ਆਉਂਦੇ ਆ, ਨਹੀਂ ਪੈਂਦਾ ਮੀਂਹ, ਇਹ ਮੌਸਮ ਦੇ ਦਿੱਤਾ। ਉਸ ਤੋਂ ਅੱਗੇ ਬੰਦਾ ਇਸ ਮੌਸਮ ਤੋਂ ਹੀ ਜੇ ਬੰਦਾ ਅੱਕ ਜਾਂਦਾ ਹੈ, ਫਿਰ ਸਰਦੀ ਦਾ ਮੌਸਮ ਆ ਗਿਆ, ਬਸੰਤ ਮੌਸਮ ਆ ਗਿਆ, ਪਤਝੜ ਦਾ ਮੌਸਮ ਆ ਗਿਆ। ਕਿੰਨੇ ਮੌਸਮ ਦਿੱਤੇ ਰੱਬ ਨੇ। ਦਿਨ ਰਾਤ, ਬੰਦਾ ਜੇ ਦਿਨ ਤੋਂ ਕੰਮ ਕਰਕੇ ਥੱਕ ਜਾਂਦਾ, ਰੱਬ ਨੇ ਰਾਤ ਦਿੱਤੀ ਵੀ ਲੈ ਰਾਤ ਵਿੱਚ ਆਰਾਮ ਕਰ। ਜੇ ਰਾਤ ਪਿਆ ਪਿਆ ਬੰਦਾ ਥੱਕ ਗਿਆ, ਅੱਕ ਗਿਆ, ਰੱਬ ਨੇ ਦਿਨ ਦੇ ਦਿੱਤਾ। ਇਹ ਰੱਬ ਨੇ ਸਾਨੂੰ ਸਹੂਲਤਾਂ ਦਿੱਤੀਆਂ, ਤੇ ਜਿਸ ਰੱਬ ਨੇ ਇਹ ਸਹੂਲਤਾਂ ਦਿੱਤੀਆਂ ਨੇ, ਘੱਟੋ ਘੱਟ ਉਹਨੂੰ ਯਾਦ ਤੇ ਕਰੀਏ, ਉਹਦਾ ਸ਼ੁਕਰ ਤੇ ਕਰਦੀ ਕਦੇ ਸਾਲ ਵਿੱਚ 1-2 ਵਾਰ, ਰੋਜ਼ ਨਹੀਂ ਕਰਨਾ। ਤੇ ਸ਼ੁਕਰ ਤੇ ਜਦੋਂ ਚੇਤੇ ਕਦੇ ਉਦੋਂ ਹੀ ਕਰ ਦਿੱਤਾ, ਉਹਦਾ ਸ਼ੁਕਰ ਕਰੀਏ। ਤੋ ਸਾਧ ਸੰਗਤ, ਗੁਰੂ ਕਹਿੰਦੇ ਨੇ ਅਨੰਦ ਬਿਨੋਦ ਚੋਜ ਤਮਾਸ਼ੇ। ਚੋਜ ਦਾ ਅਰਥ ਰੱਬ ਦੇ ਕੌਤਕ, ਰੱਬ ਦੇ ਤਮਾਸ਼ੇ, ਇਸ ਸੰਸਾਰ ਦੇ ਅਸੀਂ ਮਾਣ ਰਹੇ ਹਾਂ। ਤੁਧ ਭਾਵੇ ਸੋ ਹੋਣਾ ਜੀਓ। ਤੁਧ ਭਾਵੇ, ਜੋ ਤੈਨੂੰ ਭਾਉਂਦਾ ਮੇਰੇ ਵਾਹਿਗੁਰੂ, ਸੋ ਹੋਣਾ ਜੀਓ, ਉਹੀ ਹੁੰਦਾ, ਉਹੀ ਹੋਏਗਾ। ਪਰ ਅਸੀਂ ਕਹਾਂਗੇ ਅਸੀਂ ਤੇ ਆਪ ਕਰਦੇ ਹਾਂ। ਦੇਖੋ ਰੱਬ ਨੇ ਸਾਨੂੰ ਹੱਥ ਦਿੱਤੇ, ਹੱਥ ਪੈਰ ਦਿੱਤੇ, ਸਾਨੂੰ ਸਰੀਰ ਦਿੱਤਾ,
ਰੱਬ ਨੇ ਚਾਹਿਆ ਸਾਨੂੰ ਦਿਮਾਗ ਦਿੱਤਾ ਜੀ, ਤੇ ਰੱਬ ਨੇ ਇਹ ਚਾਹਿਆ ਵੀ ਤੂੰ ਦਿਮਾਗ ਵਰਤ। ਹੁਣ ਉਹ ਵਰਤ ਤੂੰ ਗਲਤ ਵਰਤੋਂ ਕਰਨੀ ਹੈ ਜਾਂ ਸਹੀ ਵਰਤੋਂ ਕਰਨੀ ਹੈ, ਇਹ ਵੀ ਤੂੰ ਕਰ ਲੈ। ਇਹ ਰੱਬ ਚਾਹੁੰਦਾ ਸੀ, ਪਰ ਨਾਲ ਕਹਿ ਦਿੱਤਾ ਸੀ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਿਹੜੇ ਤੂੰ ਦਾਣੇ ਖਿਲਾਰੇਂਗਾ, ਜਿਹੜੇ ਤੂੰ ਕਰਮਾਂ ਦੇ ਦਾਣੇ ਬੀਜੇਂਗਾ, ਉਹ ਤੈਨੂੰ ਖਾਣੇ ਪੈਣੇ। ਦਾਣੇ ਬੀਜਣਾ ਕਹਿ ਲੋ ਜਾਂ ਬੀਜ ਬੀਜਣਾ ਕਹਿ ਲੋ, ਬੰਦਾ ਕਰਮਾਂ ਦੇ ਦਾਣੇ ਬੀਜਦਾ ਹੈ, ਕਰਮਾਂ ਦੇ ਬੀਜ ਬੀਜਦਾ ਹੈ। ਕਰਮੀ ਆਪੋ ਆਪਣੀ ਫੈਸਲਾ ਹੁੰਦਾ ਹੈ। ਸਾਨੂੰ ਹਦਾਇਤ ਵੀ ਦਿੱਤੀ ਸੀ ਬਾਬਾ ਫਰੀਦ ਸਾਹਿਬ ਨੇ, ਫਰੀਦਾ ਜੇ ਤੂੰ ਅਕਲ ਲਤੀਫ ਹੈ ਤੇ ਕਾਲੇ ਲਿਖ ਨਾ ਲੇਖ, ਤੂੰ ਆਪਣੇ ਲੇਖ ਕਾਲੇ ਨਾ ਲਿਖ, ਭੈੜੇ ਲਿਖ ਨਾ ਲਿਖ। ਇਹਦਾ ਮਤਲਬ ਆ ਕਿ ਕੁਝ ਪਰਸੈਂਟ ਰੱਬ ਲੇਖ ਲਿਖਦਾ ਹੈ, ਕੁਝ ਲੇਖ ਆਪਾਂ ਲਿਖਦੇ ਹਾਂ। ਜਦੋਂ ਇਹ ਗੱਲ ਕਹੀ ਨਾ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆਪ ਹੀ, ਵੀ ਕਿਸੇ ਨੂੰ ਦੋਸ਼ ਨਾ ਦੇ, ਆਪਣੇ ਕਰਮਾਂ ਦਾ ਦੋਸ਼ ਹੀ। ਜਦੋਂ ਇਹ ਗੱਲ ਕੀਤੀ ਕਿਰਤ ਕਰਮ ਕੀ ਵਿਛੜੇ, ਆਪਣੇ ਕੀਤੇ ਕਰਮਾਂ ਕਰਕੇ ਰੱਬ ਜੀ ਤੁਹਾਡੇ ਤੋਂ ਬਹੁਤ ਦੂਰ ਚਲੇ ਗਏ ਆ। ਕਿੱਥੇ ਤੁਹਾਡਾ ਜੀਵਨ ਤੇ ਕਿੱਥੇ ਸਾਡਾ ਜੀਵਨ, ਕਿੱਥੇ ਤੁਹਾਡਾ ਆਚਾਰ ਕਿੱਥੇ ਸਾਡਾ ਕਿਰਦਾਰ, ਸਾਡਾ ਆਚਾਰ। ਬੜਾ ਦੂਰ, ਬੜਾ ਫਾਸਲਾ ਹੋ ਗਿਆ, ਬੜਾ ਫਰਕ ਪੈ ਗਿਆ। ਇਹ ਜਿਹੜਾ ਫਾਸਲਾ, ਇਹ ਜਿਹੜਾ ਫਰਕ ਇੰਨਾ ਪੈ ਗਿਆ ਹੈ, ਇਹ ਕਰਮਾਂ ਦੇ ਕਰਕੇ ਫੈਸਲਾ ਹੋਇਆ। ਜਿੱਥੇ ਕਰਮ ਅਸੀਂ ਸਰੀਰ ਕਰਕੇ ਵੀ ਕਰਦੇ ਹਾਂ, ਕਰਮ ਅਸੀਂ ਮਨ ਵਿੱਚ ਵੀ ਕਰ ਜਾਂਦੇ ਹਾਂ। ਇਹ ਨਾ ਸਮਝਣਾ ਕਿ ਕੇਵਲ ਹੱਥਾਂ ਪੈਰਾਂ ਨਾਲ ਹੀ ਕਰਮ ਹੋ ਸਕਦਾ ਹੈ। ਕਈ ਵਾਰ ਬੰਦਾ ਹੱਥਾਂ ਪੈਰਾਂ ਨਾਲ, ਹੱਥ ਨਾਲ ਕਰਮ ਚੰਗਾ ਕਰ ਰਿਹਾ ਹੁੰਦਾ ਹੈ, ਪਰ ਮਨ ਵਿੱਚ ਬੁਰਾ ਕਰਮ ਸੋਚ ਰਿਹਾ ਹੁੰਦਾ ਹੈ। ਕਰਮ ਜਿਹੜੇ ਨੇ ਉਹ ਕਈ ਤਰੀਕਿਆਂ ਨਾਲ ਅਸੀਂ ਕਰ ਸਕਦੇ ਹਾਂ, ਤੇ ਧਿਆਨ ਰੱਖਣਾ ਸਾਸ। ਗੁਰੂ ਕਹਿੰਦੇ ਨੇ ਜੋ ਤੁਧ ਭਾਵੇ ਤੁਧ ਭਾਵੈ, ਸੋ ਹੋਣਾ ਜਿਉ, ਜਿਸ ਦਾ ਦਿੱਤਾ ਸਭ ਕਿਛ ਲੈਣਾ। ਜਿਹਦਾ ਦਿੱਤਾ ਹੋਇਆ ਅਸੀਂ ਸਭ ਕੁਝ ਲੈਣਾ, ਸਭ ਕੁਝ ਲਿਆ ਹੋਇਆ ਰੱਬ ਕੋਲੋਂ। ਭਾਵੇਂ ਕਿ ਵਿਧੀ ਵਿਧਾਨ ਸਿਸਟਮ ਜਿਹੜਾ ਪ੍ਰੋਸੀਜਰ ਹੈ ਉਹ ਵੱਖਰਾ ਹੋ ਸਕਦਾ ਹੈ। ਅੱਜ ਅਸੀਂ ਕਹਿ ਸਕਦੇ ਹਾਂ ਵੀ ਜੇ ਅਨਾਜ ਲਿਆ ਤੇ ਕਿਸਾਨ ਕੋਲੋਂ ਲਿਆ, ਜੇ ਅਸੀਂ ਮੈਡੀਸਨ ਲਈ ਆ ਤੇ ਅਸੀਂ ਸਟੋਰ ਤੋਂ ਡਾਕਟਰ ਕੋਲੋਂ ਲਈ ਆ। ਪਰ ਜੇ ਉਹਦੇ ਪਿੱਛੇ ਚਲੀ ਜਾਓਗੇ ਤੇ ਪਿੱਛੇ ਸਾਨੂੰ ਫਿਰ ਇੱਕ ਰੱਬ ਹੀ ਮਿਲੇਗਾ, ਇੱਕ ਰੱਬ ਮਿਲੇਗਾ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਇਹ ਸਿੱਖ ਧਰਮ ਦੀ ਫਿਲਾਸਫੀ ਕਿਤਾਬ ਵਿੱਚ ਇਹਨੇ ਇੱਕ ਛੋਟੀ ਜਿਹੀ ਗੱਲ ਲਿਖੀ ਆ। ਉਹ ਕਹਿੰਦੇ ਵੀ ਇੱਕ ਸੈਲਾਨੀ ਆਇਆ ਤੇ ਸੈਲਾਨੀ ਨੇ ਗੁਲਾਬ ਦਾ ਫੁੱਲ ਦੇਖਿਆ, ਬੜਾ ਪਸੰਦ ਆਇਆ, ਉਹ ਤੋੜਨ ਲੱਗਿਆ। ਅੱਗੋਂ ਫੁੱਲ ਨੇ ਕਿਹਾ ਵੀ ਮੈਨੂੰ ਨਾ ਤੋੜੀ ਪਈ। ਉਹ ਕਹਿੰਦਾ ਨਹੀਂ, ਤੂੰ ਬੜਾ ਸੋਹਣਾ ਲੱਗਦਾ, ਮੈਂ ਤੈਨੂੰ ਤੋੜਨਾ ਚਾਹੁੰਦਾ। ਤੇ ਫੁੱਲ ਕਹਿੰਦਾ ਵੀ ਇਹ ਜੋ ਜਿਸ ਸੁੰਦਰਤਾ ਕਰਕੇ ਤੂੰ ਮੈਨੂੰ ਤੋੜਨਾ ਚਾਹੁੰਦਾ ਹੈ, ਇਹ ਸੁੰਦਰਤਾ, ਇਹ ਖੇੜਾ, ਇਹ ਫੁੱਲ, ਇਹ ਪੰਖੜੀਆਂ, ਇਹ ਸੁਗੰਧੀ ਮੈਂ ਟਾਹਣੀ ਕੋਲੋਂ ਲਈ ਆ। ਉਹ ਕਹਿੰਦਾ ਫਿਰ ਮੈਂ ਟਾਹਣੀ ਨੂੰ ਵੀ ਤੋੜ ਲੈਣਾ। ਜਦੋਂ ਟਾਹਣੀ ਨੂੰ ਤੋੜ ਲੱਗਿਆ, ਅੱਗੋਂ ਟਾਹਣੀ ਨੇ ਵੀ ਫਿਰ ਆਪਣਾ ਜਵਾਬ ਦੇ ਦਿੱਤਾ। ਉਹ ਟਾਹਣੀ ਕਹਿੰਦੀ ਆ ਕਿ ਮੈਨੂੰ ਨਾ ਤੋੜੀ, ਇਹ ਸਾਰਾ ਕੁਝ ਮੈਂ ਤਣੇ ਕੋਲੋਂ ਲਿਆ ਹੈ। ਤੇ ਤਣੇ ਨੇ ਵੀ ਫਿਰ ਅੱਗੋਂ ਗੱਲ ਕਹਿ ਦਿੱਤੀ ਨਹਿਲੇ ਤੇ ਦਹਿਲਾ ਮਾਰ ਕੇ ਵੀ ਇਹ ਚੀਜ਼ਾਂ ਸਾਰੀਆਂ ਦਾਤਾਂ, ਇਹ ਸਾਰੇ ਗੁਣ ਮੈਂ ਜੜਾਂ ਤੋਂ ਲਏ ਆ, ਇਹ ਜੜ ਤੋਂ ਲਿਆ ਮੈਂ। ਤੇ ਜੜਾਂ ਨੇ ਕਿਹਾ ਵੀ ਇਹ ਜਿਹੜੀ ਚੀਜ਼ ਹੈ ਮੈਂ ਮਿੱਟੀ ਕੋਲੋਂ ਲਈ ਆ। ਮਿੱਟੀ ਕਹਿੰਦੀ ਹੈ ਵੀ ਇਹ ਮੈਂ ਤਾਂ ਦਿੱਤੀ ਹੈ ਕਿ ਪਾਣੀ ਆਇਆ ਸੀ, ਤੇ ਪਾਣੀ ਕਹਿੰਦਾ ਹੈ ਵੀ ਮੈਂ ਤੇ ਬੱਦਲਾਂ ਦੀ ਕਿਰਪਾ ਨਾਲ ਹੋਇਆ, ਤੇ ਬੱਦਲ ਸੂਰਜ ਦੀ ਕਿਰਪਾ ਨਾਲ ਹੋਏ ਨੇ। ਸੂਰਜ ਕਹਿੰਦਾ ਵੀ ਮੈਂ ਵੀ ਕਿਸੇ ਦੇ ਹੁਕਮ ਵਿੱਚ ਚੱਲ ਰਿਹਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਸੂਰਜ ਵੀ ਕਹਿੰਦਾ ਮੈਂ ਵੀ ਕਿਸੇ ਦੇ ਹੁਕਮ ਵਿੱਚ ਚੱਲ ਰਿਹਾ। ਹੁਣ ਇੱਕ ਜਿਹੜਾ ਫੁੱਲ ਖਿੜਿਆ ਉਹਦੇ ਪਿੱਛੇ ਰੱਬ ਦੀ ਕਿਰਪਾ, ਇੱਕ ਸਾਨੂੰ ਮਨੁੱਖਾ ਜ਼ਿੰਦਗੀ ਮਿਲੀ ਆ,
ਇਹਦੇ ਪਿੱਛੇ ਰੱਬ ਦੀ ਬਖਸ਼ਿਸ਼ ਆ। ਰੱਬ ਨੇ ਚਾਹਿਆ ਸੀ ਅਸੀਂ ਆਏ ਆ, ਰੱਬ ਨੇ ਚਾਹਿਆ ਤੇ ਫੁੱਲ ਖਿੜਿਆ, ਇਹ ਪਿੱਛੇ ਰੱਬ ਹੈ। ਤੋ ਸਾਧ ਸੰਗਤ, ਜਿਸ ਦਾ ਦਿੱਤਾ ਸਭ ਕਿਛ ਲੈਣਾ, ਜਿਹਦਾ ਦਿੱਤਾ ਹੋਇਆ ਅਸੀਂ ਲਿਆ ਹੋਇਆ, ਜੇ ਉਹਦਾ ਧੰਨਵਾਦ ਨਾ ਕਰਾਂਗੇ, ਉਹਦਾ ਸ਼ੁਕਰ ਨਹੀਂ ਕਰਾਂਗੇ, ਸ਼ੁਕਰਾਨਾ ਨਹੀਂ ਕਰਾਂਗੇ, ਨਾ ਸ਼ੁਕਰੇ ਹੋ ਜਾਵਾਂਗੇ, ਅਕਿਰਤ ਘਣ ਬਣ ਜਾਵਾਂਗੇ, ਉਹਦੀ ਰਾਹ ਤੇ ਨਹੀਂ ਚੱਲਾਂਗੇ, ਬੁਰੇ ਹੋ ਜਾਵਾਂਗੇ, ਪਾਪੀ ਬਣ ਜਾਵਾਂਗੇ। ਪਾਪ ਆਏਗਾ ਸਾਡੇ ਅੰਦਰ, ਪਾਪ ਸਾਡੇ ਅੰਦਰ ਪ੍ਰਫੁੱਲਤ ਹੋਏਗਾ, ਸਾਨੂੰ ਪਾਪੀ ਬਣਾਏਗਾ, ਸਾਨੂੰ ਪਾਪਾਂ ਦੇ ਫਲ ਲੱਗਣਗੇ, ਉਹ ਪਾਪਾਂ ਦੇ ਫਲਾਂ ਦੀ ਸਜ਼ਾ ਮਿਲੇਗੀ ਸਾਨੂੰ। ਹੋ ਸਕਦਾ ਹੈ ਕਿ ਪਰਿਵਾਰਾਂ ਬੱਚਿਆਂ ਦੇ ਵੀ ਚਲੇ ਜਾਵੇ, ਪਰਿਵਾਰ ਨੂੰ ਵੀ ਸਜ਼ਾ ਭੁਗਤਣੀ ਪੈ ਜਾਏ। ਇਸ ਲਈ ਪਾਪ ਕਿਤੇ ਇੱਕ ਬੀਜ ਵੀ ਸਾਡੇ ਅੰਦਰ ਨਾ ਆਵੇ। ਤੂੰ ਸਾਧ ਸੰਗਤ, ਗੁਰੂ ਕਹਿੰਦੇ ਆ ਵੀ ਜਿਸ ਦਾ ਦਿੱਤਾ ਸਭ ਕਿਛ ਲੈਣਾ, ਛਤੀ ਅੰਮ੍ਰਿਤ ਭੋਜਨ ਖਾਣਾ। ਛਤੀ ਜਦੋਂ ਸ਼ਬਦ ਆ ਜਾਏ ਨਾ, ਛਤੀ, ਉੱਥੇ ਕਈ ਪ੍ਰਕਾਰ ਦੇ ਭੋਜਨਾਂ ਦੀ ਗੱਲ ਹੈ। ਅੱਜ ਛਤੀ ਨਹੀਂ, ਅੱਜ ਤੇ ਹਜ਼ਾਰਾਂ ਤਰ੍ਹਾਂ ਦਾ ਭੋਜਨ ਬਣ ਗਿਆ। ਛਤੀ ਭੋਜਨ, ਛਤੀ ਅੰਮ੍ਰਿਤ, ਅੰਮ੍ਰਿਤ ਵਰਗੇ ਛਤੀ ਪਕਵਾਨ, ਭੋਜਨ ਖਾਣਾ, ਜਿਹਦਾ ਦਿੱਤਾ ਹੋਇਆ ਭੋਜਨ ਆਪਾਂ ਖਾਂਦੇ ਹਾਂ। ਤੋ ਸਾਧ ਸੰਗਤ, ਇਹ ਪੰਕਤੀ ਵੀ ਬੜੀ ਵਿਚਾਰਨ ਵਾਲੀ ਆ। 36 ਪ੍ਰਕਾਰ ਦੇ ਭੋਜਨ ਅੰਮ੍ਰਿਤ ਵਰਗੇ। ਕੱਲ ਆਪਾਂ ਇੱਥੋਂ ਵਿਚਾਰ ਆਰੰਭ ਕਰਾਂਗੇ, ਬਾਕੀ ਦਾ ਸ਼ਬਦ ਕੱਲ ਦੇ ਸਮੇਂ ਅੰਦਰ ਵਿਚਾਰਾਂਗੇ ਜੀ। ਅੱਜ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।